हाँ जी बेटा, गुड मॉर्निंग स्टूडेंट्स टू ऑल ऑफ यू। 11th क्लास बायोलॉजी। हाँ जी, ਅਸੀਂ ਲਾਸਟ ਟਾਈਮ ਪੜ੍ਹਿਆ ਸੀਗਾ ਸੈੱਲ ਸਾਈਕਲ ਐਂਡ ਸੈੱਲ ਡਿਵੀਜ਼ਨ ਚੈਪਟਰ ਸਟਾਰਟ ਕੀਤਾ ਸੀ ਬੇਟਾ ਅਸੀਂ। ਉਹਦਾ ਫਸਟ ਪਾਰਟ ਆਪਾਂ ਨੇ ਉਹ ਜਿਹੜਾ ਕੰਪਲੀਟ ਕੀਤਾ ਸੀਗਾ ਇੱਥੇ ਤੱਕ, ਠੀਕ ਹੈ। ਸੋ ਉਸ ਚੈਪਟਰ ਨੂੰ ਤੁਸੀਂ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਦੇਖਿਆ ਹੋਣਾ, ਰਿਵਾਈਜ਼ ਵੀ ਬੇਟਾ ਕਰੋ ਔਰ ਉਹਦੇ ਪ੍ਰੋਪਰ ਨੋਟਸ ਬਣੇ ਹੋਏ ਆ ਤੁਹਾਡੇ ਕੋਲ, ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ, ਤੁਸੀਂ ਉਹਨੂੰ ਵੀ ਦੇਖ ਸਕਦੇ ਹੋ, ਕਾਪੀ ਕਰ ਸਕਦੇ ਹੋ। ਸੋ ਦਾ ਟਾਈਪਸ ਨੈਕਸਟ ਅਸੀਂ ਅੱਜ ਪੜ੍ਹਨਾ ਆ ਟਾਈਪਸ ਪੜ੍ਹਨਾ ਹੈ ਬੇਟਾ। ਟਾਈਪਸ ਦੇ ਵਿੱਚ ਇਹ ਚੈਪਟਰ ਬਹੁਤ ਛੋਟਾ ਵੀ ਆ, 3 ਪਾਰਟ ਆ ਇਹਦੇ ਕਹਿ ਲਓ। ਫਸਟ ਪਾਰਟ ਅਸੀਂ ਕਵਰ ਕਰ ਚੁੱਕੇ ਹਾਂ ਇੱਥੇ ਤੱਕ, ਠੀਕ ਹੈ। ਸੈਕਿੰਡ ਪਾਰਟ ਹੈਗਾ ਮਾਈਟੋਸਿਸ ਕਰਾਂਗੇ ਅੱਜ ਅਸੀਂ, ਠੀਕ ਹੈ। ਅਤੇ ਮਿਓਸਿਸ ਜਿਹੜਾ ਹੈਗਾ ਉਹ ਆਪਾਂ ਥਰਡ ਪਾਰਟ 'ਚ ਕਰਾਂਗੇ। ਤਾਂ ਇਸ ਕਰਕੇ ਮੈਂ 3 ਦੀਆਂ ਵੀਡੀਓਜ਼ ਬਣਾਈਆਂ, ਕਿਉਂਕਿ ਇਹ ਜੇ ਮੈਂ ਇੱਕ ਵੀਡੀਓ 'ਚ ਵੀ ਇਹ ਦੋਨੇ ਕਰ ਸਕਦਾ ਕਵਰ, ਇਹ ਮਾਈਟੋਸਿਸ ਐਂਡ ਮਾਈਟੋਸਿਸ, ਬਟ ਫਿਰ ਤੁਹਾਨੂੰ ਥੋੜ੍ਹੀ ਵੀਡੀਓ ਵੀ ਵੱਡੀ ਹੋ ਜਾਣੀ ਸੀ ਅਤੇ ਤੁਹਾਨੂੰ ਥੋੜ੍ਹੀ ਕੰਨਫਿਊਜ਼ਨ ਹੋ ਜਾਣੀ ਸੀ। ਇਸ ਕਰਕੇ ਮੈਂ ਇਹਨੂੰ 3 ਪਾਰਟ ਹੀ ਬਣਾਊਂਗਾ, ਚਾਹੇ 15-15 ਮਿੰਟ ਦੀ ਵੀਡੀਓ ਬਣੇ ਇਹ, ਤਾਂ ਕਿ ਤੁਹਾਨੂੰ ਈਜ਼ੀ ਸਮਝ ਲੱਗ ਜਾਵੇ। ਕਿਉਂਕਿ ਮੇਨ ਜਿਹੜਾ ਮੋਟਿਵ ਹੈ ਸਾਡਾ, ਉਹ ਤੁਹਾਨੂੰ ਸਮਝ ਲੱਗਣੀ ਚਾਹੀਦੀ ਹੈ ਈਜ਼ੀ ਵੇ ਨਾਲ। ਸਭ ਤੋਂ ਈਜ਼ੀ ਵੇ ਨਾਲ ਤੁਹਾਨੂੰ ਸਮਝਾਇਆ, ਜਿਹਨੂੰ ਦੇਸੀ ਤਰੀਕਾ ਕਹਿੰਦੇ ਆ, ਠੀਕ ਹੈ ਨਾ। ਔਰ ਇਹ ਜਦ ਤੱਕ ਤੁਹਾਡੀ ਸਟੱਡੀ ਹੈ ਨਾ, ਮੈਡੀਕਲ ਸਟੱਡੀ ਚੱਲਣੀ ਹੈ, ਇਹ ਚੈਪਟਰ ਪੱਕਾ ਇਨਕਲੂਡ ਹੋਣਾ ਹੀ ਹੋਣਾ ਹੈ ਅੱਗੇ ਤੋਂ ਅੱਗੇ ਹਰੇਕ ਸਬਜੈਕਟ ਤੁਹਾਡੀ ਸਟੱਡੀ ਦੇ ਵਿੱਚ, ਠੀਕ ਹੈ ਨਾ। ਸੋ ਮਾਈਟੋਸਿਸ ਪੜ੍ਹਾਂਗੇ ਅੱਜ। ਸਭ ਤੋਂ ਪਹਿਲਾਂ ਸਟਾਰਟਿੰਗ ਕਰਦੇ ਹਾਂ, 3 ਟਾਈਪਸ ਹੁੰਦੀਆਂ, ਠੀਕ ਹੈ, ਸੈੱਲ ਡਿਵੀਜ਼ਨ ਦੀਆਂ। ਔਰ ਇਹਦੇ ਵਿੱਚ ਆਪਾਂ ਨੇ ਇੱਕ ਪਾਰਟ ਪੜ੍ਹ ਚੁੱਕੇ ਹਾਂ ਮਾਈਟੋਸਿਸ, ਜਿਹਨੂੰ ਅਸੀਂ ਡਾਇਰੈਕਟ ਡਿਵੀਜ਼ਨ ਵੀ ਬੋਲਦੇ ਹਾਂ, ਠੀਕ ਹੈ। ਔਰ ਵੈਸੇ 2 ਤਰੀਕੇ ਨਾਲ ਹੁੰਦੀ ਹੈ, ਕੈਰੀਓਕਾਈਨੇਸਿਸ ਜਿਹਦੇ ਵਿੱਚ ਨਿਊਕਲੀਅਸ ਡਿਵੀਜ਼ਨ ਹੁੰਦੀ ਹੈ, ਔਰ ਸਾਈਟੋਕਾਈਨੇਸਿਸ, ਠੀਕ ਹੈ, ਜੇ ਸਾਈਟੋਪਲਾਜ਼ਮ 'ਚ ਡਿਵੀਜ਼ਨ ਹੁੰਦੀ ਹੈ। ਸੋ ਇਹਨੂੰ ਅਸੀਂ ਕਿਸ ਤਰ੍ਹਾਂ, ਇਹਦੇ ਵਿੱਚ ਹੁਣ ਕੈਰੀਓਕਾਈਨੇਸਿਸ ਵਿੱਚ ਤੁਹਾਨੂੰ ਵੀ ਤਾਂ ਵਿਦਾਊਟ, ਇਹਦੇ ਵਿੱਚ ਹਜੇ ਤੱਕ ਸਪਿੰਡਲ ਫਾਈਬਰ ਫਾਰਮੇਸ਼ਨ ਨਹੀਂ ਹੋਈ, ਠੀਕ ਹੈ। ਨਿਊਕਲੀਅਰ ਮੈਂਬਰ ਰਿਮੇਨਸ ਇੰਟੈਕਟ, ਨਿਊਕਲੀਅਸ ਡਿਵਾਈਡ ਬਾਈ ਕੰਸਟ੍ਰਿਕਸ਼ਨ। ਇੰਟੈਕਟ ਔਰ ਕੰਸਟ੍ਰਿਕਸ਼ਨ ਦਾ ਮਤਲਬ ਕੀ ਆ ਦੇਖੋ, ਸਪੋਜ਼ ਆ ਤੁਹਾਡੇ ਕੋਲ ਇੱਕ ਨਿਊਕਲੀਅਸ ਆ, ਠੀਕ ਹੈ, ਸੈੱਲ ਆ, ਸੌਰੀ ਇਹਨੂੰ ਆਪਾਂ ਸੈੱਲ ਕਹਾਂਗੇ, ਠੀਕ ਹੈ। ਕੋਈ ਵੀ ਸੈੱਲ ਆ ਦੇਖੋ, ਹੁਣ ਇਹਨੂੰ ਇਹ ਪਹਿਲਾਂ ਸੈੱਲ ਦੇ ਵਿੱਚ ਆ ਜਿਹੜਾ ਨਿਊਕਲੀਅਸ ਹੁੰਦਾ ਨਾ, ਸਭ ਤੋਂ ਪਹਿਲਾਂ ਇਹ ਡਿਵਾਈਡ ਹੋਣਾ ਸ਼ੁਰੂ ਹੁੰਦਾ ਬੇਟਾ ਇੱਦਾਂ, ਓਕੇ। ਦੈਨ ਹੌਲੀ ਹੌਲੀ ਜਿਹੜੀ ਇਹਦੀ ਬਾਹਰਲੀ ਲੇਅਰ ਆ, ਇਹ ਜਿਹੜੀ ਇਹ ਇਨਵੈਜੀਨੇਟ ਹੋਣੀ ਸ਼ੁਰੂ ਹੋ ਜਾਂਦੀ ਅੰਦਰ ਨੂੰ, ਇਸ ਤਰ੍ਹਾਂ, ਠੀਕ ਹੈ। ਹਾਂਜੀ, ਠੀਕ ਹੈ ਨਾ। ਸੋ ਇਹ ਜਿਹੜਾ 1 ਤੋਂ 2 ਚੀਜ਼ਾਂ ਬਣ ਗਈਆਂ, ਦੇਖੋ 2 ਡਾਟਰ ਸੈੱਲਸ ਤੁਹਾਡੇ ਕੋਲ ਬਣ ਗਏ, ਠੀਕ ਹੈ। ਸੋ ਇਹਨੂੰ ਅਸੀਂ ਡਿਵੀਜ਼ਨ ਬੋਲਦੇ ਹਾਂ, ਇਹ ਮਾਈਟੋਸਿਸ, ਇਹ ਡਾਇਰੈਕਟ ਡਿਵੀਜ਼ਨ ਅਸੀਂ ਇਸ ਕਰਕੇ ਇਹਨੂੰ ਬੋਲਦੇ ਹਾਂ। ਹੁਣ ਅੱਜ ਅਸੀਂ ਬੇਟਾ ਪੜ੍ਹਨਾ ਆ, ਅੱਜ ਅਸੀਂ ਮਾਈਟੋਸਿਸ ਪੜ੍ਹਨੀ ਆ। ਜਿਹੜੀ ਇਨਡਾਇਰੈਕਟ ਹੁੰਦੀ ਆ, ਇਹਨੂੰ ਇਕੁਏਸ਼ਨਲ ਡਿਵੀਜ਼ਨ ਵੀ ਅਸੀਂ ਬੋਲਦੇ ਹਾਂ, ਠੀਕ ਹੈ ਜੀ। ਹਾਂਜੀ, ਮਾਈਟੋਸਿਸ ਜਿਹੜੀ ਹੈਗੀ ਆ ਵਰਡ, ਮਾਈਟੋਸਿਸ ਮੈਨੇ ਬੇਟਾ थ्रेड, माइटोस मैंने थ्रेड, ओसिस मैंने स्टेट, ठीक है। थ्रेड्स आर फॉर्म स्पिंडल फाइबर्स, ठीक है, और थ्रेड्स ये बनते हैं, और स्पिंडल फाइबर्स आर फॉर्मड इन माइटोसिस। माइटोसिस की बनते हैं, स्पिंडल फाइबर्स बनते हैं। सो किस तरह बनते हैं असीं देखना है। एक साइंटिस्ट है स्ट्रॉसबर्गर, ठीक है, उन्हें एक्सप्लेन की सी माइटोसिस इन प्लांट्स विच। एक है फ्लैमिंग ने एक्सप्लेन की सी माइटोसिस एनीमल्स के विच, ये तुहानूं पता होना चाहिए। सो द टर्म माइटोसिस गिवन बाय फ्लैमिंग, द टर्म माइटोसिस गिवन बाय फ्लैमिंग, इट टेक प्लेस इन सोमैटिक सेल्स, ठीक है। एक ये होंदी है सोमैटिक सेल्स के विच होंदी है, सोमैटिक, SOMATIC, okay. So it also take place in the germinal cells during the multiplication phase, ਜਿਹੜੇ ਜਰਮੀਨਲ ਸੈਲਸ ਹੁੰਦੇ ਆ ਸਾਡੇ,
ठीक है, ਉਹਦੇ ਵਿੱਚ ਵੀ ਇਹ ਜਿਹੜੇ ਆ ਇਹ ਪ੍ਰੈਜੈਂਟ ਹੁੰਦੇ ਆ, ਇਹ ਜਿਹੜੀ ਮਾਈਟੋਸਿਸ ਹੁੰਦੀ ਹੈ। ਹੁਣ ਸਟੇਜਿਸ ਇਹਦੀਆਂ ਕਿਹੜੀਆਂ ਬੇਟਾ, ਦੋ ਸਟੇਜਿਸ ਦੇ ਵਿੱਚ ਕਰਦਾ ਹੈ, ਕੈਰੀਓਕਾਈਨੇਸਿਸ ਅਤੇ ਸਾਈਟੋਕਾਈਨੇਸਿਸ। ਕੈਰੀਓਕਾਈਨੇਸਿਸ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਪ੍ਰੋਫੇਜ਼, ਦੂਜੇ ਨੰਬਰ 'ਤੇ ਹੈਗਾ ਬੇਟਾ ਮੈਟਾਫੇਜ਼, ਠੀਕ ਹੈ, ਥਰਡ ਨੰਬਰ 'ਤੇ ਐਨਾਫੇਜ਼ ਐਂਡ ਦੈਨ ਟੀਲੋਫੇਜ਼। ਇਹ ਚਾਰ ਸਟੇਜਿਸ ਦੇ ਵਿੱਚੋਂ ਪਹਿਲਾਂ ਪਾਸ ਆਊਟ ਅਸੀਂ ਕੱਲ੍ਹ ਦੇਖਿਆ ਸੀਗਾ। ਪਹਿਲਾਂ ਇਹ ਜਦੋਂ ਆਪਾਂ ਨੇ ਕੱਲ੍ਹ ਇੱਕ ਵਾਰੀ ਮੈਂ ਤੁਹਾਨੂੰ ਰਿਵਾਈਜ਼ ਕਰਵਾ ਦਿੰਦਾ, ਕੱਲ੍ਹ ਦਾ ਅਸੀਂ ਟੋਪਿਕ ਕੀ ਸੀਗਾ ਆਪਣਾ, ਆਹ ਤੁਹਾਡੇ ਕੋਲ ਸੈੱਲ ਸਾਈਕਲ ਸੀਗਾ, ਠੀਕ ਹੈ, ਆਹ ਸੀਗੀ ਤੁਹਾਡੀ ਐਮ ਫੇਜ਼ ਜਿਹਨੂੰ ਕਹਿੰਦੇ ਸੀ ਅਸੀਂ, ਠੀਕ ਹੈ, ਔਰ ਆਹ ਸੀਗਾ ਤੁਹਾਡੇ ਕੋਲ ਤਿੰਨ ਫੇਜ਼, ਉਹ G1 ਫੇਜ਼, S ਫੇਜ਼ ਅਤੇ G2 ਫੇਜ਼। G1 ਫੇਜ਼ ਤੋਂ ਲੈ ਕੇ ਬੇਟਾ G1 ਫੇਜ਼ ਤੋਂ ਲੈ ਕੇ G2 ਫੇਜ਼ ਤੱਕ ਜਿਹੜੀ ਹੁੰਦੀ ਆ, ਇਹ ਹੁੰਦੀ ਆ ਇੰਟਰਫੇਜ਼। ਇਹ ਤੁਹਾਨੂੰ ਪਤਾ ਹੀ ਆ। ਇੰਟਰਫੇਜ਼ ਤੋਂ ਬਾਅਦ ਉਹਨੇ ਐਂਟਰ ਕਰਨਾ ਐਮ ਫੇਜ਼। ਸੋ ਐਮ ਫੇਜ਼ ਦੇ ਵਿੱਚ ਜਿਹੜੀ ਆ ਮਾਈਟੋਸਿਸ ਫੇਜ਼ ਕਹਿ ਲਓ, ਐਮ ਫੇਜ਼ ਕਹਿ ਲਓ। ਹੁਣ ਇਹਦੇ ਵਿੱਚ ਜਿਹੜੀ ਆ ਉਹ ਤਿੰਨ ਜਿਹੜੇ ਆ ਚਾਰ ਸਬ ਪਾਰਟਸ ਇਹਦੇ ਬਣਨੇ ਆ। ਆਹ ਦੇਖੋ, ਪਹਿਲਾ ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼ ਅਤੇ ਟੀਲੋਫੇਜ਼। ਇਹ ਚਾਰ ਜਿਹੜੀਆਂ ਡਿਵੀਜ਼ਨ, ਔਰ ਲਾਸਟ 'ਚ ਹੁੰਦੀ ਹੈ ਇੱਕ ਬੇਟਾ, ਇੱਕ ਹੋਰ ਬਣਨੀ ਹੈ ਸਾਈਟੋਕਾਈਨੇਸਿਸ। ਅੰਡਰਸਟੂਡ ਆ। ਸੋ ਇਹ ਚੀਜ਼ ਅਸੀਂ ਪੜ੍ਹਨੀ ਹੈ ਬੇਟਾ। ਅੱਜ ਅਸੀਂ ਇਹਨਾਂ ਚੀਜ਼ਾਂ ਬਾਰੇ ਪੜ੍ਹਾਂਗੇ, ਠੀਕ ਹੈ। ਹੁਣ ਦੇਖੋ, ਬਿਫੋਰ ਦਾ ਸੈੱਲ ਡਿਵਾਈਡ ਇਟ ਅੰਡਰਗੋਜ਼ ਦਾ ਇੰਟਰਫੇਜ਼। ਸਭ ਇਹ ਪਤਾ ਹੀ ਹੈ ਤੁਹਾਨੂੰ, ਸੈੱਲ ਨੂੰ ਡਿਵਾਈਡ ਹੋਣ ਤੋਂ ਪਹਿਲਾਂ ਉਹਨੇ ਤਿੰਨ ਸਟੇਜਿਸ ਦੇ ਵਿੱਚੋਂ ਪਾਸ ਹੋਣਾ। ਮੈਂ ਦੱਸ ਕੇ ਹਟਿਆ, S1, G1, S ਐਂਡ G2, ਠੀਕ ਹੈ। ਉਹਦੇ ਵਿੱਚ ਜਿਹੜਾ ਸੈੱਲ ਜਿਹੜਾ 2N ਹੁੰਦਾ, ਠੀਕ ਹੈ, ਔਰ ਕੰਟੈਂਟ ਉਹਦਾ ਸੇਮ ਰਹਿੰਦਾ DNA ਦਾ, ਓਕੇ। ਸੋ C ਵੈਲਿਊ ਜਿਹੜੀ ਆ ਉਹ ਚੇਂਜ ਹੁੰਦੀ ਆ 4C, ਕਿਉਂਕਿ ਜਦੋਂ DNA ਦੀ ਰੈਪਲੀਕੇਸ਼ਨ ਹੁੰਦੀ ਹੈ ਉਹਦੀਆਂ ਕਾਪੀਜ਼ ਬਣ ਜਾਂਦੀ, ਤਾਂ ਸੈੱਲ ਦਾ ਜਿਹੜਾ ਸਾਈਜ਼ ਵੀ ਇਨਕਰੀਜ਼ ਕਰ ਜਾਂਦਾ, ਠੀਕ ਹੈ। ਅਤੇ ਇਸ ਕਰਕੇ ਜਿਹੜਾ DNA ਦਾ ਕੰਟੈਂਟ ਆ ਉਹ ਡਬਲਡ ਹੋ ਜਾਂਦਾ ਉਹਦੇ ਵਿੱਚ। ਅੰਡਰਸਟੂਡ ਆ। ਸੋ ਨੈਕਸਟ ਆ ਜਾਂਦਾ ਤੁਹਾਡੀਆਂ ਡਾਇਆਗਰਾਮਸ ਬੇਟਾ, ਇਹ ਮੋਸਟ ਇੰਪੋਰਟੈਂਟ ਆ। ਇਹ ਦੇਖੋ ਜਰਾ, ਸਭ ਤੋਂ ਪਹਿਲਾਂ ਆ ਜਾਂਦਾ ਬੇਟਾ ਤੁਹਾਡਾ, ਵੇਟ 2 ਮਿੰਟ, ਹਾਂਜੀ। ਸਭ ਤੋਂ ਪਹਿਲਾਂ ਬੇਟਾ ਤੁਹਾਡਾ ਆ ਜਾਂਦਾ ਜਿਹੜੀ ਫਸਟ ਸਟੇਜ ਹੁੰਦੀ ਆ, ਪਹਿਲੀ ਸਟੇਜ ਕਿਹੜੀ ਸੀਗੀ, ਇੰਟਰਫੇਜ਼ ਸਟੇਜ ਸੀਗੀ ਜਿਹੜੀ ਅਸੀਂ ਕੀਤੀ ਸੀ। ਉਹਦੇ ਵਿੱਚ ਜਿਹੜਾ ਸੈੱਲ ਆਪਣੇ ਆਪ ਨੂੰ ਪ੍ਰੀਪੇਅਰ ਕਰਦਾ ਸੀਗਾ, ਔਰ ਇਹਦੇ ਵਿੱਚ ਜਿਹੜਾ ਸੈੱਲ ਦਾ ਸਟਰਕਚਰ ਆ, ਦੇਖੋ ਤੁਹਾਨੂੰ ਬਣਾ ਕੇ ਵੀ ਦੱਸ ਦਿੰਦਾ ਮੈਂ। ਇੰਟਰਫੇਜ਼ ਸਟੇਜ ਦੇ ਵਿੱਚ ਬੇਟਾ ਜਿਹੜਾ ਸੈੱਲ ਹੁੰਦਾ, ਇਹਦੇ ਵਿੱਚ ਨਿਊਕਲੀਅਸ ਪ੍ਰੈਜੈਂਟ ਆ। ਨਿਊਕਲੀਅਸ ਜਿਹੜਾ ਹਮੇਸ਼ਾ ਡਬਲਡ ਮੈਂਬਰੇਨ ਹੁੰਦਾ ਆ, ਇਹ ਗੱਲ ਤੁਸੀਂ ਯਾਦ ਨਹੀਂ। ਔਰ ਨਿਊਕਲੀਅਸ ਦੇ ਵਿੱਚ ਕੀ ਹੁੰਦੇ ਆ, ਥ੍ਰੈਡ ਲਾਈਕ ਸਟਰਕਚਰਸ ਪ੍ਰੈਜੈਂਟ ਹੁੰਦੇ ਆ, ਠੀਕ ਹੈ। ਅੰਡਰਸਟੂਡ ਆ। ਔਰ ਅਸੀਂ ਇਹ ਥ੍ਰੈਡ ਲਾਈਕ ਸਟਰਕਚਰਸ ਨੂੰ ਅਸੀਂ ਬੋਲਦੇ ਹਾਂ ਕ੍ਰੋਮੈਟਿਨ ਫਾਈਬਰਸ, ਠੀਕ ਹੈ। ਆਹ ਦੇਖੋ, ਕ੍ਰੋਮੈਟਿਨ ਫਾਈਬਰਸ ਬੋਲਦੇ ਹਾਂ। ਔਰ ਆਹ ਨਿਊਕਲੀਅਰ ਮੈਂਬਰੇਨ ਹੋ ਗਈ, ਡਬਲਡ ਮੈਂਬਰੇਨ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਸੈਂਟਰੀਓਲ। ਸੈਂਟਰੀਓਲ ਜਿਹੜਾ ਆ ਉਹ ਉੱਪਰ ਪ੍ਰੈਜੈਂਟ ਹੁੰਦਾ, 2 ਪੋਲਸ ਦੇ ਵਿੱਚ ਹੁੰਦਾ ਪ੍ਰੈਜੈਂਟ, ਠੀਕ ਹੈ। ਇਹ ਜਿਹੜਾ ਸੈਂਟਰੀਓਲ ਆ ਆਲਰੇਡੀ ਜਿਹੜਾ ਰੈਪਲੀਕੇਟ ਕਰਦਾ ਹੈ ਇਹ ਵੀ ਐਸ ਫੇਜ਼ ਦੇ ਵਿੱਚ। ਅੰਡਰਸਟੂਡ। ਸੋ ਇਹ ਹੁੰਦੀ ਆ ਇੰਟਰਫੇਸ ਸਟੇਜ, ਠੀਕ ਹੈ। ਦੂਜੇ ਨੰਬਰ 'ਤੇ ਆ ਜਾਂਦਾ ਬੇਟਾ ਤੁਹਾਡੀ ਫੇਜ਼ ਆਉਂਦੀ ਅਰਲੀ ਪ੍ਰੋਫੇਜ਼। ਪ੍ਰੋਫੇਜ਼ ਸਟੇਜ ਸਟਾਰਟ ਹੋ ਜਾਂਦੀ ਹੈ, ਬਟ ਪਹਿਲਾਂ ਅਰਲੀ ਹੁੰਦੀ ਆ। ਉਹਦੇ ਵਿੱਚ ਕੀ ਹੁੰਦਾ ਅਸੀਂ ਕਰਾਂਗੇ, ਉਹਦੇ ਵਿੱਚ ਬੇਟਾ ਦੇਖੋ ਜਿਹੜੇ ਥ੍ਰੈਡ ਲਾਈਕ ਸਟਰਕਚਰਸ ਹੁੰਦੇ ਆ ਨਾ, ਠੀਕ ਆ। ਸਭ ਤੋਂ ਪਹਿਲਾਂ ਤਾਂ ਜਿਹੜੀ ਨਿਊਕਲੀਅਰ ਮੈਂਬਰੇਨ ਆ, ਜਾਂ ਨਿਊਕਲੀਅਰ ਮੈਂਬਰੇਨ ਕਹਿ ਲਓ,
ਜਾਂ ਹੋਰ ਜਿਹੜੇ ਸੈਲਸ ਦੇ ਵਿੱਚ ਜਿਹੜੇ ਆਰਗੇਨੈਲਿਜ਼ ਹੁੰਦੇ ਆ, ਜਿੱਦਾਂ ER ਹੋ ਗਿਆ, ਠੀਕ ਹੈ, ਗੋਲਜੀ ਆਪਰੇਟਸ ਹੋ ਗਿਆ, ਠੀਕ ਹੈ, ਇਹਨਾਂ ਦੀ ਜਿਹੜੀ ਆ ਉਹ ਮੈਂਬਰੇਨ ਜਿਹੜੀ ਉਹ ਡਿਸਅਪੀਅਰ ਹੋ ਜਾਂਦੀ ਹੈ ਇਹਨਾਂ ਦੀਆਂ। ਉਸੇ ਤਰ੍ਹਾਂ ਜਿਹੜੀ ਨਿਊਕਲੀਅਸ ਦੀ ਜਿਹੜੀ ਮੈਂਬਰੇਨ ਸੀਗੀ ਬੇਟਾ, ਉਹ ਵੀ ਕੀ ਹੋ ਜਾਂਦੀ ਆ, ਡਿਸਅਪੀਅਰ ਹੋ ਜਾਂਦੀ ਹੈ, ਠੀਕ ਹੈ। ਸੋ ਆਲ ਮੈਂਬਰੇਨ ਸਟਰਕਚਰਸ ਇਟਸ ਮੈਂਬਰੇਨਸ ਗੈਟ ਡਿਸੋਸ਼ੀਏਟ, ਮੀਨ ਜਿੰਨੇ ਵੀ ਜਿਹੜੇ ਮੈਂਬਰੇਨ ਸਟਰਕਚਰਸ ਹੁੰਦੇ ਜਾਂ ਆਰਗੇਨੈਲਿਸ ਹੁੰਦੇ ਉਹਨਾਂ ਦੀ ਜਿਹੜੀ ਮੈਂਬਰੇਨ ਉਹ ਡਿਸਅਪੀਅਰ ਹੋ ਜਾਂਦੀ। ਨਿਊਕਲੀਅਸ ਦੀ ਮੈਂਬਰੇਨ ਵੀ ਜਿਹੜੀ ਉਹ ਡਿਸਅਪੀਅਰ ਹੋ ਜਾਂਦੀ ਸੀਗੀ, ਠੀਕ ਹੈ। ਸੈਕਿੰਡ ਆ ਜਾਂਦਾ ਅੱਗੇ ਤੁਹਾਡਾ, ਅੱਗੇ ਆ ਜਾਂਦਾ ਕਹਿੰਦਾ ਸੈਂਟਰੀਓਲਸ ਮੂਵਸ ਟੂ ਵਾਰਡਸ ਦਾ ਪੋਲ। ਸੈਂਟਰੀਓਲ ਜਿਹੜਾ ਹੁੰਦਾ ਉਹ ਕਿੱਧਰ ਨੂੰ ਮੂਵ ਕਰਦਾ, ਪੋਲ ਦੀ ਤਰਫ। ਇਹਦੇ ਵਿੱਚ ਡਿਵੀਜ਼ਨ ਹੋ ਜਾਂਦੀ ਆ, ਦੇਖੋ ਆ ਵੀ ਸੈਂਟਰੀਓਲ ਆ, ਸੋ ਆ ਵੀ ਸੈਂਟਰੀਓਲ ਆ, ਇਹਦੇ ਵਿੱਚ ਡਿਵੀਜ਼ਨ ਹੋ ਜਾਂਦੀ ਆ। ਸੋ ਇਹ ਦੋਨੇ ਜਣੇ ਡਿਵਾਈਡ ਹੋ ਕੇ ਆਪਣੇ ਆਪਣੇ ਪੋਲ ਦੀ ਤਰਫ ਜਿਹੜੀ ਉਹ ਮੂਵ ਕਰਨਾ ਸ਼ੁਰੂ ਕਰ ਦਿੰਦੇ। ਇੱਕ ਇੱਥੇ ਸੈਂਟਰੀਓਲ ਬਣ ਜਾਣਾ, ਠੀਕ ਹੈ, ਇੱਕ ਇੱਧਰ। ਅੰਡਰਸਟੂਡ ਆ, ਦੋ ਜਗ੍ਹਾ 'ਤੇ ਸੈਂਟਰ ਬਣ ਜਾਂਦਾ, ਇੱਕ ਆਹ ਪੋਲ 'ਤੇ, ਇੱਕ ਆਹ ਪੋਲ 'ਤੇ। ਅੰਡਰਸਟੂਡ ਆ। ਫਿਰ ਅਤੇ ਜਿਹੜੇ ਕਰਮੈਟਿਨ ਫਾਈਬਰ ਸੀਗੇ ਇਹਦੇ ਵਿੱਚ ਅਰਲੀ ਪ੍ਰੋਫੇਸ ਦੇ ਵਿੱਚ, ਆ ਜਿਹੜੇ ਇੰਟਰਫੇਸ ਸਟੇਜ ਦੇ ਵਿੱਚ ਸੀਗੇ, ਕਰਮੈਟਿਨ ਫਾਈਬਰ ਜਿਹੜੇ ਕੰਡੈਂਸਡ ਹੋਣੇ ਸ਼ੁਰੂ ਹੋ ਜਾਂਦੇ ਆ। ਕੰਡੈਂਸਡ ਹੋਣੇ ਮਤਲਬ ਉਹ ਕਿਹਦੇ ਵਿੱਚ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ, ਕ੍ਰੋਮੋਜ਼ੋਮ ਵਿੱਚ। ਇੱਦਾਂ ਕ੍ਰੋਮੋਜ਼ੋਮਸ ਬਣਨੇ ਉਹਦੇ ਬਣ ਜਾਂਦੇ ਆ, ਠੀਕ ਹੈ ਨਾ। ਸੋ ਇਹ ਸੀਗੀ ਤੁਹਾਡੀ ਅਰਲੀ ਪ੍ਰੋਫੇਸ ਸਟੇਜ। ਥਰਡ ਸਟੇਜ ਬੇਟਾ ਤੁਸੀਂ ਆ ਜਾਂਦੀ ਤੁਹਾਡੀ ਸੈੱਲ ਦੀ ਡਿਵਾਈਡ ਹੁੰਦੀ, ਉਹ ਹੁੰਦੀ ਆ ਲੇਟ ਪ੍ਰੋਫੇਸ। ਮੀਨਸ ਪ੍ਰੋਫੇਸ ਦੀਆਂ ਹੀ ਦੋ ਸਟੇਜਾਂ ਹੁੰਦੀਆਂ, ਪਹਿਲੇ ਇੰਟਰਫੇਸ ਆ ਗਈ, ਪ੍ਰੋਫੇਸ ਆ ਗਈ, ਫਿਰ ਮੈਟਾਫੇਸ, ਫਿਰ ਐਨਾਫੇਸ, ਫਿਰ ਟੇਲੋਫੇਸ, ਠੀਕ ਹੈ ਨਾ। ਸੋ ਪ੍ਰੋਫੇਸ ਦੇ ਵਿੱਚ ਕੀ ਹੁੰਦਾ ਬੇਟਾ, ਹੁਣ ਇਹ ਦੇਖੋ ਪ੍ਰੋਫੇਸ ਦੇ ਵਿੱਚ ਬੇਟਾ ਜਿਹੜੇ ਆ ਕਰੋਮੈਟਿਨ ਫਾਈਬਰਸ ਜਿਹੜੇ ਆ, ਸਪਿੰਡਲ ਫਾਈਬਰਸ ਆ, ਉਹ ਉਹਨਾਂ ਦੀ ਫੋਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ। ਦੇਖੋ ਇਸ ਤਰ੍ਹਾਂ ਹੁੰਦਾ ਬੇਟਾ ਸਟਰਕਚਰ। ਇਹ ਸਾਰੇ ਸਟਰਕਚਰ ਬੇਟਾ ਤੁਹਾਨੂੰ ਬਣਾਉਣੇ ਪੈਣੇ ਆ ਪ੍ਰੋਪਰਲੀ, ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ। ਜਦ ਤੱਕ ਤੁਸੀਂ ਆਪ ਨਹੀਂ ਬਣਾਓਗੇ ਤਦ ਤੱਕ ਤੁਹਾਨੂੰ ਸਮਝ ਨਹੀਂ ਲੱਗਣੀ, ਠੀਕ ਹੈ। ਹਾਂਜੀ, ਇਸੇ ਕਰਕੇ ਟਾਈਮ ਲੱਗ ਰਿਹਾ ਇਹ। ਮੈਂ ਚਾਹੁੰਦਾ ਕਿ ਤੁਹਾਨੂੰ ਜਿਹੜੀ ਉਹ ਈਜ਼ੀ ਤਰੀਕੇ ਨਾਲ ਇਹ ਸਮਝ ਲੱਗ ਜਾਵੇ। ਠੀਕ ਹੈ, ਹੁਣ ਦੇਖੋ ਆਹ ਜਿਹੜਾ ਸੀਗਾ, ਹੁਣ ਇਸ ਸਾਈਡ 'ਤੇ ਆ ਜਾਂਦਾ ਬੇਟਾ ਇਸ ਸਾਈਡ 'ਤੇ ਤੁਹਾਡਾ ਆ ਜਾਂਦਾ ਸੈਂਟਰੀਓਲ, ਇਸ ਸਾਈਡ 'ਤੇ ਸੈਂਟਰੀਓਲ ਆ ਗਿਆ, ਠੀਕ ਹੈ। ਸੈਂਟਰੀਓਲ ਨੂੰ ਡਿਵਾਈਡ ਕਰ ਜਾਂਦਾ, ਠੀਕ ਹੈ। ਹੁਣ ਇਸ ਸੈਂਟਰੀਓਲਸ ਤੋਂ ਫਾਈਬਰਸ ਜਿਹੜੇ ਆ ਉਹ ਅਰਾਈਜ਼ ਹੋਣੇ ਆ। ਜਿੱਦਾਂ ਕੁਝ ਫਾਈਬਰ ਸਮੋਲ ਹੁੰਦੇ ਆ, ਕੁਝ ਜਿਹੜੇ ਉਹ ਲਾਰਜ ਹੁੰਦੇ ਆ। ਹਾਂਜੀ, ਆਹ ਦੇਖੋ ਕੁਝ ਫਾਈਬਰਸ ਜਿਹੜੇ ਉਹ ਸਮੋਲ ਹੁੰਦੇ ਆ, ਕੁਝ ਜਿਹੜੇ ਉਹ ਲਾਰਜ ਹੁੰਦੇ ਆ। ਠੀਕ ਹੈ, ਆਹ ਸੈਂਟਰੀਓਲ ਸੀਗਾ, ਔਰ ਆਹ ਜਿਹੜੇ ਸਟਰਕਚਰ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਇਹ ਜਿਹੜੀਆਂ ਇਹਨਾਂ ਨੂੰ ਅਸੀਂ ਬੋਲਦੇ ਹਾਂ ਲਾਈਨਸ ਨੂੰ ਸਪਿੰਡਲ ਫਾਈਬਰਸ, ਠੀਕ ਹੈ। ਔਰ
एक छोटे छोटे ਜਿਹੜੇ ਆ ਸੈਲਸ ਆ ਉਹ ਰਾਈਜ਼ ਫਾਈਬਰਸ ਜਿਹੜੇ ਆ ਰਾਈਜ਼ ਹੋਣੇ ਆ ਇੱਥੇ ਹੁੰਦੇ ਇਹਨੂੰ ਸਮੋਲ ਫਾਈਬਰਸ ਬੋਲਦੇ ਆ ਅਸੀਂ ਜਿਹੜੇ ਦੋਨਾਂ ਸੈਂਟਪੋਲਸ 'ਤੇ ਸੈਂਟਿਊਲਸ 'ਤੇ ਇਹ ਰਾਈਜ਼ ਹੁੰਦੇ ਆ ਇਹਨਾਂ ਨੂੰ ਅਸੀਂ ਕੀ ਬੋਲਦੇ ਆ ਬੇਟਾ ਸਮੋਲ ਫਾਈਬਰਸ ਠੀਕ ਹੈ। ਉਸ ਤੋਂ ਬਾਅਦ ये स्मॉल फाइबर्स हो गए और हाँ जी दो तरह के ये ਜਿਹੜੇ ਹੁਣ ਇਹ ਜਿਹੜੇ ਕ੍ਰੋਮੋਜ਼ੋਮਸ ਆ ਜਿਹੜੇ ਆਪਣੇ ਜਿਹੜੇ ਕ੍ਰੋਮੋਜ਼ੋਮਸ ਆ ਨਾ ਬੇਟਾ ਇਹ ਕੀ ਕਰਦੇ ਆ ਇਹ ਜਿਹੜੇ ਸਪਿੰਡਲ ਫਾਈਬਰਸ ਦੇ ਨਾਲ ਅਟੈਚ ਹੋ ਜਾਂਦੇ ਆ तरह इस तरह ਜਿਹੜੇ ਇਹ ਕ੍ਰੋਮੋਜ਼ੋਮਸ ਆ ਬੇਟਾ ਇਹ ਅਟੈਚ ਹੋ ਜਾਂਦੇ ਆ ठीक है। और ठीक है हरेक क्रोमोजोम जोड़ा है डबल DNA होंदा है टू शेप्स च होंदे आ जिद्दां असीं पहलां असीं कीते सीगे अंडरस्टूड है। सो इस तरह बेटा ये जिहड़े इहदे विच की होंदा दे आर टू एस्टर्स फाउंड इन एनीमल सैल इहदे विच जिहड़े आ देखो उपर एस्टर्स एस्टरेज मैं क्या दस्सिया जी ना समॉल फाइबर्स जिहड़े होंदे इन्हां नूं एस्टरेज बोलदे सीगे असीं की बोलदे सीगे एस्टरेज जिहड़ियां इह तों छोटियां छोटियां समॉल फाइबर्स राइज होंदियां सीगियां उहनूं असीं की बोलदे ही एस्टरेज। सो ये दोनों साइड ते जिहड़ियां एस्टरेज होंदियां इस पोल ते भी ते इस पोल ते भी दोनों साइड ते जिहड़ियां एस्टरेज वो फॉर्मड होंदियां सीगियां किहदे विच हुंदी एनीमल सैल। सो ये there are the two esterases found in animal cell. This division is known as the amphiestral। इस डिवीजन में असीं की बोलते हैं एम्फीएस्ट्रल ठीक है। इस डिवीजन में बेटा क्या बोलते हैं एम्फीएस्ट्रल डिवीजन बोलते हैं असीं ठीक है। ये तुसीं नोट कर लेना। सो स्पिंडल फाइबर्स इहदे विच फाउंड हो जांदे आ ठीक है लेट प्रोफेस दे विच ये हुण क्वेश्चन बनदा इहदे विच देखो हरेक पार्ट दे विच तुहानूं क्वेश्चन आ सकदा तुहानूं ये सकदे कि माइटोसिस दी इंटरफेस सैल जिहड़ी है डायग्राम वो बना के दसो कल्ली आह आ सकदी है कल्ली अर्ली प्रोफेस दी डायग्राम आ सकदी है कल्ली लेट प्रोफेस दी डायग्राम आ सकदी है लेट प्रोफेस दे विच की बनदा वो आ सकदा। सो नैक्सट स्टेज हैगी साडे कोल ठीक है नैक्सट स्टेज बेटा हैगी आ मैटाफेस। मैटाफेस दे विच जिहड़े क्रोमोजोम्स आ जिहड़े क्रोमोजोम्स होऊगे ठीक है उहदे तरह स्पिंडल फाइबर्स बनने हरेक डायग्राम दे विच ठीक है। और ये जिहड़े क्रोमोजोम होने वो इक्वेटोरियल लाइन ते आ जाते हैं मतलब एक पैरेलल लाइन ते बराबर लाइन ते सारे इक्को लाइन ते आ जाते हैं ठीक है। इस करके इन्हूं असीं की बोलते हैं मैटाफेस। ऑल क्रोमोजोम्स अलाइन ऑन इक्वेटोरियल प्लेन आ देखो 1 2 3 4 सारे जिहड़े आ क्रोमोजोम एक लाइन ते आ गए ठीक है। सो ये भी तुहानूं पुछ सकदे इक्वेटोरियल प्लेन दे विच क्रोमोजोम्स किहड़े फेज दे विच जाके ओहदी डायग्राम तुसीं बनाओ किहड़े फेज दे विच हुंदे आ मैटाफेस दे विच हुंदे आ। सो इहदे विच जिहड़े आ क्रोमोजोम स्पिंडल फाइबर्स अटैच टू कनाइटोकोर ठीक है जी। सो नैक्सट आ जांदा बेटा तुहाडी नैक्सट फेज जिहड़ी आ जांदी आ ओह एनाफेज आ जांदी आ। एनाफेज स्टेज दे विच की हुंदा आ इहदे विच ਜਿਹੜੇ कॉन्टीन्यूस फाइबर तो पहला भी सीगे किस तरह होंगे आ देखो एक होंगे स्पिंडल फाइबर्स वो आ जिथे क्रोमोजोम आ अटैच आ जिहदे ते कॉन्टीन्यूस फाइबर्स वो होंगे जिहड़े साइड तो इदां लंघदे होंगे आ बेटा इन्हां ते कोई भी क्रोमोजोम अटैच नहीं होंदा बट इन्हां नूं कॉन्टीन्यूस फाइबर्स बोलते हैं ठीक है ना। ये तो पहला भी अटैच सीगे हुण एनाफेज दे विच जाके ठीक है एक फोर्सिस लगदी होंदी आ जिहदे करके जिद्दां आ देखो क्रोमोजोम का डबल मैं इदा स्ट्रक्चर सीगा ना
ਇੱਦਾਂ, ਠੀਕ ਹੈ ਨਾ। ਸੋ ਇਹ ਕੀ ਹੋਊਗਾ, ਇਹਦੇ ਵਿੱਚ ਫੋਰਸਿਸ ਲੱਗੂਗੀ ਜਦੋਂ ਇਕੁਆਟੋਰੀਅਲ ਪਲੇਨ 'ਚ ਹੋਊਗੀ। ਇਕੁਆਟੋਰੀਅਲ ਪਲੇਨ 'ਚ ਹੁੰਦੀ, ਠੀਕ ਹੈ। ਹੁਣ ਜਦੋਂ ਫੋਰਸ ਲੱਗੂਗੀ, ਇਹ ਜਿਹੜਾ ਕ੍ਰੋਮੋਜ਼ੋਮ ਉੱਪਰ ਚੱਲ ਜੂਗਾ, ਆਹ ਕ੍ਰੋਮੋਜ਼ੋਮ ਕਿੱਥੇ ਆ ਜੂਗਾ, ਥੱਲੇ ਆ ਜੂਗਾ। ਜਿਸ ਤਰ੍ਹਾਂ ਇੱਥੇ ਹੋਇਆ, ਆਹ 4 ਉੱਪਰ ਚੱਲ ਗਏ ਅਤੇ 4 ਜਿਹੜੇ ਉਹ ਥੱਲੇ ਆ ਗਏ। ਜਦੋਂ ਇਸ ਤਰ੍ਹਾਂ ਫੋਰਸ ਲੱਗਦੀ ਅਤੇ ਆ ਜਿਹੜਾ ਬਿਟਵੀਨ ਜਿਹੜਾ ਥਰੈਡ ਬਣਦੇ ਆ, ਬਿਟਵੀਨ ਜਿਹੜੇ ਥਰੈਡਸ ਲਾਈਕ ਸਟਰਕਚਰਸ ਦਿਖਾਈ ਦਿੰਦੇ ਆ ਤੁਹਾਨੂੰ, ਬਿਟਵੀਨ ਜਿਹੜੇ ਥਰੈਡ ਲਾਈਕ ਸਟਰਕਚਰ ਆ ਜਿਹੜੇ ਹੁੰਦੇ ਆ ਨਾ, ਗੈਪ ਹੋ ਜਾਂਦਾ, ਇਹਨੂੰ ਇੰਟਰਜੋਨਲ ਫਾਈਬਰ ਬੋਲਦੇ ਹਾਂ ਅਸੀਂ, ਠੀਕ ਹੈ। ਸੋ ਆਹ ਜਿਹੜਾ ਰੈਸਟ ਆਫ ਜਿਹੜਾ ਥੱਲੇ ਉਹਨੂੰ ਖਿੱਚ ਕੇ ਲੈ ਕੇ ਆਉਂਦਾ, ਉਹਨੂੰ ਕ੍ਰੋਮੋਜ਼ੋਮਲ ਫਾਈਬਰ ਬੋਲਦੇ ਹਾਂ, ਠੀਕ ਹੈ, ਕ੍ਰੋਮੋਜ਼ੋਮਲ ਸਪੈਂਡਲ ਫਾਈਬਰ। ਸੋ ਫੋਰਸਿਸ ਇਹਦੇ ਵਿੱਚ ਰਿਸਪੋਂਸੀਬਲ ਹੁੰਦੀਆਂ ਆ, ਜਿਹੜੀਆਂ ਕਿ ਉਹਨਾਂ ਨੂੰ ਸੈਪਰੇਟ ਕਰਦੀਆਂ ਕ੍ਰੋਮੋਜ਼ੋਮਸ ਨੂੰ। ਉਹ ਕਿਹੜੀਆਂ ਕਿਹੜੀਆਂ ਫੋਰਸਿਸ ਆ, ਇਕੁਆਟੋਰੀਅਲ ਪਲੇਨ ਤੋਂ ਦੂਜੇ ਪੋਲ ਵੱਲ ਨੂੰ ਲੈ ਕੇ ਜਾਣੀਆਂ, ਠੀਕ ਹੈ। ਇਹਨਾਂ ਨੇ ਇੱਧਰ ਨੂੰ ਲੈ ਕੇ ਜਾਣਾ ਅਤੇ ਆਹ ਜਿਹੜੀ ਉਹ ਥੱਲੇ ਨੂੰ ਲੈ ਕੇ ਆਊਗੀ। ਸੋ ਕੰਟਰੈਕਸ਼ਨ ਆਫ ਦਾ ਕ੍ਰੋਮੋਜ਼ੋਮ ਸਪੈਂਡਲ ਫਾਈਬਰਸ, ਇਹਨਾਂ ਦੇ ਆਹ ਜਿਹੜੀ ਸਪੈਂਡਲ ਫਾਈਬਰਸ ਹੁੰਦੇ ਆ, ਕ੍ਰੋਮੋਜ਼ੋਮਲ ਸਪੈਂਡਲ ਫਾਈਬਰਸ ਜਿਹਨਾਂ ਨੂੰ ਬੋਲਦੇ ਆ, ਇਹ ਜਿਹੜੇ ਕੰਟਰੈਕਟ ਕਰੂਗੇ ਤਾਂ ਹੀ ਇਹ ਥੱਲੇ ਨੂੰ ਆਉਣਗੇ, ਠੀਕ ਹੈ। ਸਟੈਚਿੰਗ ਆਫ ਦਾ ਇੰਟਰਜੋਨਲ ਫਾਈਬਰ, ਇੰਟਰਜੋਨਲ ਫਾਈਬਰ ਦੇ ਵਿੱਚ ਸਟੈਚਿੰਗ ਹੋਊਗੀ, ਠੀਕ ਹੈ। ਔਰ ਇਹਦੇ ਵਿੱਚ ਸਭ ਤੋਂ ਮੇਨ ਗੱਲ ਬੇਟਾ ਮੈਂ ਤੁਹਾਨੂੰ ਦੱਸਣੀ ਅੱਜ, ATP ਯੂਜ਼ਡ ਹੁੰਦੇ, 30 ATP ਯੂਜ਼ਡ ਹੁੰਦੇ ਪਰ ਕ੍ਰੋਮੋਜ਼ੋਮ ਟੂ ਮੂਵ ਈਚ ਪੋਲ। ਅਗਰ ਆਹ ਇੱਕ ਕ੍ਰੋਮੋਜ਼ੋਮ ਨੇ ਬੇਟਾ ਮੂਵ ਕਰਨਾ ਆ, ਇੱਕ ਕ੍ਰੋਮੋਜ਼ੋਮ ਦੀ ਗੱਲ ਕਰ ਰਿਹਾ ਮੈਂ, ਉਹਨੇ ਇਹ ਇਕੁਆਟੋਰੀਅਲ ਪਲੇਨ ਤੋਂ ਥੱਲੇ ਵੱਲ ਨੂੰ ਮੂਵ ਕਰਨਾ ਆ, ਠੀਕ ਹੈ, ਜਾਂ ਉੱਪਰ ਨੂੰ ਮੂਵ ਕਰਨਾ ਆ। ਸੋ ਇਹ ਇੱਕ ਕ੍ਰੋਮੋਜ਼ੋਮ 30 ATP ਯੂਜ਼ ਕਰਦਾ ਆ ਮੂਵ ਕਰਨ ਵਾਸਤੇ। ਅੰਡਰਸਟੂਡ ਆ। ਸੋ ਇਹ ਬੇਟਾ ਇਹ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ। ਸੋ ਇੱਕ ਹੋਰ ਜਿਹੜੀ ਮੇਜਰ ਜਿਹੜੀ ਆ ਡਰਾਬੈਕ ਕਹਿ ਲਓ ਉਹਨੂੰ, ਠੀਕ ਹੈ, ਜਾਂ ਚੇਂਜ ਆਉਂਦੀ ਆ ਉਹ 'ਚ, ਇਹਦੇ ਵਿੱਚ ਜਿਹੜੇ ਸੈਂਟਰੋਮੀਅਰਸ ਆ ਉਹ ਵੀ ਸਪਲਿਟ ਕਰ ਜਾਂਦੇ ਆ, ਕਿਉਂਕਿ ਸੈਂਟਰੋਮੀਅਰ ਤੁਹਾਨੂੰ ਪਤਾ ਹੀ ਆ, ਜਿਹੜਾ ਕਿ ਸੈਂਟਰੋਮੀਅਰ ਹੁੰਦਾ ਜਿਹੜਾ ਕ੍ਰੋਮੋਜ਼ੋਮ ਨੂੰ ਜੋੜ ਕੇ ਰੱਖਦਾ, ਉਹਦਾ ਸੈਂਟਰ ਵਾਲਾ ਪਾਰਟ। ਹੁਣ ਇਹ ਵੀ ਵਿੱਚੋਂ ਤਾਂ ਟੁੱਟੂਗਾ ਹੀ, ਬ੍ਰੇਕ ਹੋਊਗਾ, ਤਾਂ ਹੀ ਜਿਹੜਾ ਆ ਇੱਦਾਂ ਬ੍ਰੇਕ ਹੋਊਗਾ, ਆਹ ਪਾਰਟ ਉੱਪਰ ਇੱਧਰ ਚੱਲ ਜੂਗਾ, ਇੱਧਰ ਚੱਲ ਜੂਗਾ, ਠੀਕ ਹੈ ਨਾ। ਸੋ ਇਹ ਗੱਲ ਇੰਪੋਰਟੈਂਟ ਆ, ਇਹ ਫੋਰਸਿਸ ਇਹਦੇ ਵਿੱਚ ਲੱਗਦੀਆਂ ਆ, ਠੀਕ ਹੈ। ਕੁਐਸਚਨ ਇਹ ਵੀ ਆ ਸਕਦਾ ਇਕੁਆਟੋਰੀਅਲ ਪਲੇਨ ਦੇ ਵਿੱਚ, ਇਕੁਆਟੋਰੀਅਲ ਪਲੇਨ ਦੇ ਵਿੱਚ ਕ੍ਰੋਮੋਜ਼ੋਮਸ ਕਿਹੜੇ ਫੇਜ਼ ਦੇ ਵਿੱਚ ਆਉਂਦੇ ਆ, ਕਿ ਮੈਟਾ ਫੇਜ਼ ਦੇ ਵਿੱਚ ਆਉਂਦੇ ਆ, ਠੀਕ ਹੈ। ਔਰ ਜਦੋਂ ਕ੍ਰੋਮੋਜ਼ੋਮਸ ਅਲੱਗ ਹੋ ਜਾਂਦੇ ਆ, ਉਹ ਕਿਹੜੇ ਫੇਜ਼ ਦੇ ਵਿੱਚ ਹੁੰਦੇ ਆ, ਜਾ ਕੇ ਦੋਨੇ ਪੋਲਸ ਦੇ ਵੱਲ ਮੂਵ ਕਰਦੇ ਆ, ਉਹ ਐਨਾਫੇਜ਼ ਦੇ ਵਿੱਚ ਜਾ ਕੇ ਆਉਂਦੇ ਆ। ਸੋ ਇਹ ਬਹੁਤ ਇੰਪੋਰਟੈਂਟ ਆ। ਨੈਕਸਟ ਫੇਜ਼ ਆ ਜਾਂਦੀ ਹੈ ਬੇਟਾ ਤੁਹਾਡੀ ਸੈੱਲ ਦੇ ਵਿੱਚ ਟੀਲੋਫੇਜ਼ ਆ ਜਾਂਦੀ ਆ, ਜਿਹੜੀ ਰਿਵਰਸ ਆਉਂਦੀ ਆ ਪ੍ਰੋਫੇਜ਼। ਜਿੱਦਾਂ ਅਸੀਂ ਪ੍ਰੋਫੇਜ਼ ਦੇ ਵਿੱਚ ਦੇਖਿਆ ਸੀਗਾ ਨਾ, ਪ੍ਰੋਫੇਜ਼ ਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜੀ ਮੈਂਬਰੇਨ ਆ ਉਹ ਡੀਸਅਪੀਅਰ ਹੋ ਗਈਆਂ ਸੀਗੀਆਂ, ਸਟਰਕਚਰ ਆਰਗੇਨੈਲਿਸ ਦੀਆਂ, ਨਿਊਕਲੀਅਸ ਦੀਆਂ, ਅਤੇ ਜਿਹੜੇ ਫਾਈਬਰਸ ਆ ਉਹ ਕੰਡੈਂਸਡ ਹੋ ਗਏ ਸੀਗੇ ਉਹਦੇ ਵਿੱਚ, ਉਹ ਕਿਹਦੇ ਵਿੱਚ ਚੇਂਜ ਹੋ ਗਏ ਸੀਗੇ, ਕ੍ਰੋਮੋਜ਼ੋਮਸ ਦੇ ਵਿੱਚ। ਹੁਣ ਇਸੇ ਤਰ੍ਹਾਂ ਟੀਲੋਫੇਜ਼ ਦੇ ਵਿੱਚ ਦੁਬਾਰਾ ਉਹ ਚੀਜ਼ ਬਣ ਜਾਂਦੀ ਆ ਜੋ ਪਹਿਲਾਂ ਸੀਗੀ, ਠੀਕ ਹੈ। ਹੁਣ ਕਿਉਂਕਿ 4 ਕ੍ਰੋਮੋਜ਼ੋਮ ਉੱਪਰ ਚੱਲ ਗਏ ਸੀਗੇ, 4 ਥੱਲੇ ਆ ਗਏ ਸੀਗੇ, ਸੋ ਇਹ ਥਰੈਡ ਲਾਈਕ ਸਟਰਕਚਰਸ ਬਣ ਗਈ ਸੀ ਇੱਦਾਂ ਦੁਬਾਰਾ। ਜੇ ਦੁਬਾਰਾ ਸੈੱਲ ਲਾਈਕ ਸਟਰਕਚਰ ਬਣ ਗਈ ਤਾਂ ਫਿਰ ਮੈਂਬਰੇਨ ਉਹਨਾਂ ਨੇ ਦੁਬਾਰਾ ਬਣ ਗਈ। ਸੋ ਮੈਂਬਰੇਨ, ਨਿਊਕਲੀਅਰ ਮੈਂਬਰੇਨ ਦੁਬਾਰਾ ਰੀਅਪੀਅਰ ਹੋ ਗਈ, ਕ੍ਰੋਮੋਜ਼ੋਮ ਡੀਕੰਡੈਂਸਡ ਹੋ ਗਏ ਦੁਬਾਰਾ, ਠੀਕ ਹੈ। ਐਸਟਰ ਰੇਸ ਐਂਡ ਸਪਿੰਡਲ ਫਾਈਬਰਸ, ਹੁਣ ਇਹਦੇ ਵਿੱਚ ਜਿਹੜੇ ਐਸਟਰ ਰੇਸ ਅਤੇ ਸਪਿੰਡਲ ਫਾਈਬਰ ਉਹ ਡਿਸੋਸ਼ੀਏਟ ਕਰ ਜਾਂਦੇ ਆ, ਉਹ ਖਤਮ ਹੋ ਜਾਂਦੇ ਆ, ਠੀਕ ਹੈ। ਅਤੇ ਕੀ ਸਟਾਰਟ ਹੋ ਜਾਂਦੀ ਹੈ ਬੇਟਾ, ਆਹ ਇੰਪੋਰਟੈਂਟ ਪੁਆਇੰਟ ਆ, ਇਹਦੇ ਵਿੱਚ ਕੀ ਸਟਾਰਟ ਹੋ ਜਾਂਦੀ ਆ, ਇਹਦੇ ਵਿੱਚ ਸਾਈਟੋਕਾਈਨੇਸਿਸ ਸਟਾਰਟ ਹੋ ਜਾਂਦੀ। ਸਾਈਟੋਕਾਈਨੇਸਿਸ ਕੀ ਹੁੰਦੀ ਹੈ, ਸਾਈਟੋਪਲਾਜ਼ਮ ਦੀ ਡਿਵੀਜ਼ਨ ਸਟਾਰਟ ਹੋ ਜਾਂਦੀ ਆ। ਦੇਖੋ ਆਹ ਜਿਹੜੀ ਆ ਇੱਦਾਂ ਮੂਵ ਹੋਣੀ ਸ਼ੁਰੂ ਹੋ ਜਾਂਦੀ, ਅੰਦਰ ਨੂੰ ਮੂਵ ਹੋਣੀ ਸ਼ੁਰੂ ਹੋ ਜਾਂਦੀ ਆ, ਇਨਵੈਜੀਨੇਟ ਜਿਹਨੂੰ ਅਸੀਂ ਬੋਲਦੇ ਹਾਂ। ਸੋ ਇਹ ਦੋਨੇ ਸਾਈਡ ਤੋਂ ਅੰਦਰ ਨੂੰ ਹੋ ਗਈ। ਸੋ ਇਹ ਜਿਹੜੀ ਡਿਵਾਈਡ, ਇਹ ਇੱਕ ਤੋਂ ਜਿਹੜੇ ਆ 2 ਡਿਵੀਜ਼ਨ ਹੋ ਗਈ, 2 ਡਾਟਰ ਸੈਲਸ ਇਹਦੇ ਵਿੱਚ ਬਣ ਜਾਂਦੇ ਸਾਈਟੋਕਾਈਨੇਸਿਸ ਦੇ ਵਿੱਚ। ਅੰਡਰਸਟੂਡ ਆ। ਹੁਣ ਪਤਾ ਲੱਗ ਗਿਆ ਬੇਟਾ ਕੀ ਹੁੰਦਾ ਹੁੰਦਾ, ਸਿਗਨੀਫਿਕੈਂਸ ਕੀ ਹੁੰਦਾ ਹੈ ਮਾਈਟੋਸਿਸ ਦਾ। ਇਹ 2 ਮਾਰਕਸ 'ਚ ਕੁਐਸਚਨ ਆ ਜਾਂਦਾ ਹੁੰਦਾ, ਰਾਈਟ ਦਾ ਸਿਗਨੀਫਿਕੈਂਸ ਆਫ ਮਾਈਟੋਸਿਸ, 2 ਮਾਰਕਸ ਦਾ ਬੇਟਾ ਕੁਐਸਚਨ ਆਉਂਦਾ ਹੁੰਦਾ। ਇਟ ਹੈਲਪਸ ਇਨ ਦਾ ਗਰੋਥ, ਇਟ ਹੈਲਪਸ ਇਨ ਦਾ ਰਿਪੇਅਰ ਐਂਡ ਰੀਜਨਰੇਸ਼ਨ, ਇਟ ਹੈਲਪਸ ਇਨ ਦਾ ਮੇਨਟੇਨ ਕ੍ਰੋਮੋਜ਼ੋਮ ਨੰਬਰ ਸਾਡਾ ਮੇਨਟੇਨ ਕਰਕੇ ਰੱਖਦਾ, ਅਤੇ ਇਹ ਸੈਕਸੁਅਲ ਵੈਜੀਟੇਟਿਵ ਰਿਪਰੋਡਕਸ਼ਨ ਵੀ ਕਰਦਾ ਹੈ, ਠੀਕ ਹੈ। ਹੁਣ ਇੱਕ ਡਿਫਰੈਂਸ ਕਰਨਾ ਹੈ ਅਸੀਂ ਮਾਈਟੋਸਿਸ ਦਾ, ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਵਾਸਤੇ। ਮਾਈਟੋਸਿਸ ਦਾ ਡਿਫਰੈਂਸ ਦੇ ਵਿੱਚ ਪਲਾਂਟ ਸੈੱਲ, ਐਨੀਮਲ ਸੈੱਲ ਅਤੇ ਪਲਾਂਟ ਸੈੱਲ ਲੈਣਾ। ਸਟਰਕਚਰ ਆਫ ਦਾ ਸੈੱਲ, ਸਟਰਕਚਰ ਆਫ ਦਾ ਸੈੱਲ ਕਹਿੰਦਾ ਹੈਵ ਏ ਸੈਂਟਰੋਜ਼ੋਮ, ਸੈਂਟਰੀਓਲਸ ਹੁੰਦੇ ਆ ਇਹਦੇ ਵਿੱਚ ਐਨੀਮਲ ਸੈੱਲਸ ਦੇ ਵਿੱਚ,
तो ये सेंट्रियोल सेंट्रोजोम ये सारिया चीज़ां एबसेंट होंदियां। ठीक है, हुण ये एम्फी सेंस एस्ट्रल बोलते थे, ये एन एस्ट्रल बोलते हैं। असी आ पढ़िया सीगा ना इत्थे एम्फी एस्ट्रल्स। आ देखो प्रोफेज दे विच एम्फी एस्ट्रल बोलते सी ना, एस्ट्रल्स की फॉर्मेशन होंदी जो छोटे छोटे जो स्पिंडल फाइबर सीगी इतों समॉल फाइबरस, उन्होंने असी एस्टर बोलते थे, एस्टर रेज। ठीक है, सो ये दोनों पासे प्रैजेंट होंगे आ, इधर भी प्रैजेंट सीगे इत्थे भी प्रैजेंट सी। ठीक है, इस करके इन्हूं असीं की बोलते हैं एम्फी एस्ट्रल्स बोलते थे। बट ये एनीमल सैल्स के बोलते हैं। प्लांट सैल के इसनूं असीं बोलते की बोलते हैं, प्लांट सैल के सेंट्रियोल प्रैजेंट नहीं होंदा, सेंट्रियोल एबसेंट होंदा है। बट इनू की बोलते असीं एन एस्टर बोलते हैं। हुण प्रोफेज 2 एस्टर्स फाउंड होंगे, ये कोई एस्टर नहीं बनता सीगा। ठीक है, अंडरस्टूड है। 2 एस्टर बनते, ये कोई एस्टर, दोनों एस्टर एक पोल, दोनों पोल्स से बनते हैं। एनाफेज स्टेज के साइटोकाइनेसिस स्टार्ट होंदी सी एट द एंड ऑफ द एनाफेज। एनीमल सैल इदा ही सीगा। आ देखो जो एनाफेज के एंड हो गई सी, साइटोकाइनेसिस स्टार्ट हो गई सी टीलोफेज के आ गए। बट ये एट द एंड ऑफ द टीलोफेज जी है वो प्लांट सैल उत्थे होंदी है। जो टीलोफेज भी खत्म हो गई फिर जाके जी इनवैजीनेशन अंदर नूं होंदी सी। ठीक है जी, साइटोकाइनेसिस स्टार्ट होंदी सी। अगे आंदा साइटोकाइनेसिस जिहड़ी होंदी है, साइटोकाइनेसिस दे विच इन एनीमल सैल जिहड़े सैल्स आ वो अंदर नूं इनवैजीनेट होने शुरू हो जाते सी। जिहड़ी उहदी बाहरली मैंबरेन सी, देखो इस तरह अंदर नूं इनवैजीनेट शुरू होने हो जाती। ठीक है, बट इन प्लांट सैल दे विच की हुंदा सीगा बेटा, प्लांट सैल दे विच ये एक इंपॉर्टेंट क्वेश्चन आ। प्लांट सैल हुंदा है, ठीक है, इदां डिवीजन हो जाती है। हुण इहदे विच की होना बेटा, सॉरी आ प्लांट सैल है। ठीक है, दो सैल डिवाइड हो जाते हैं। ये सैल प्लेट फॉर्मेशन हो जाती सी इत्थे, आ जिहड़ी है ना, इनू असीं सैल प्लेट फॉर्म होनी चाहिए, जिन्हों असीं फ्रैगमोप्लास्ट बोलते सी। फ्रैगमोप्लास्ट। ठीक है, वो जी फ्रैगमोप्लास्ट आ वो कादी बनी होंदी सी, ये फ्रैगमोप्लास्ट ये छोटे छोटे पीसीस की बनी होंदी, एंडोप्लाज्म रेटिकुलम दी जां गोल्जी अपरेटस की, इन्हां दोनों चीज़ों की यह बनी होंदी सी। अंडरस्टूड है। सो यदी बनती सी ये बेटा फ्रैगमोप्लास्ट। सो ये जी सैल प्लेट आ, ये बिटवीन दी जी आ प्लांट सैल के जोड़े दोनों के ये बनती होंदी सी, जिन्हों असीं मिडल लैमेला भी बोलते सी। फिर उन्हों की डिवीजन जी हो जाती सी। अंडरस्टूड। सो ये बेटा तुहाडा माइटोसिस सीगा। ठीक है, ईजी सीगा, बट तुहानूं थोड़ा जिहा दिमाग ला के थोड़ा जिहा समझण की लोड़ आ। चंगी तरह बेटा समझियो क्योंकि बहुत इंपॉर्टेंट आ। डायग्राम इहदी सारी बनाओ। ठीक है, इंटरफेस दे विच की हुंदा ये तुहानूं पता होना चाहिए। फिर अर्ली प्रोफेस दे विच क्या हुंदा है, कंडेंस्ड हो जाते हैं क्रोमैटिन फाइबर्स। ठीक है, क्रोमोसोम्स बन जाते हैं। फिर उस तो बाद एस्ट्रल्स फॉर्मेशन होंदी है लेट प्रोफेस के विच। मैटाफॉर्स इक्वेटोरियल प्लेन के विच आ जाते हैं। एनाफेज के विच दोनों इत्थे फोर्सिस लगदियां ते ऑपोजिट पोल वाल की करते वो मूव करना शुरू हो जाते हैं। ठीक है, और 30 ATP यूज़ होंगे आ बेटा। ठीक है, पर क्रोमोसोम ने अगर दोनों साइड एक क्रोमोसोम इधर मूव कर रहा तो वो 30 ATP यूज़ करूँगा। ठीक है, जिधर भी मूव कर रहा ऑपोजिट पोल्स से। और टीलोफेज से आके वो इनवैजीनेशन और डिवीजन हो जाती है। ठीक है, न्यूक्लियर मैम्ब्रेन द्वारा बन जाती है। एस्टरेज तो स्पिंडल फाइबर और ब्रेक हो जाते हैं। साइटोकाइनेसिस स्टार्ट होनी शुरू हो जाती है। ठीक है, साइटोकाइनेसिस के तुहानूं पता ही है जाके जोड़े 2 सैल एक सैल तो जोड़े 2 डॉटर सैल्स बन गए। ठीक है, हुण तुहानूं पता लग गया बेटा माइटोसिस। हुण एम फेज के विचों निकल गए सीगे ना असीं, ये सारी एम फेज कीती असीं। हुण आ देखो आ सैल साइकल सीगा तुहाडे सामने। ये सैल साइकल दे विच असीं आ भी सारा क्रॉस कर लिया, आ भी कर लिया, एम फेज भी असीं पार कर चुके हैं। साइटोकाइनेसिस भी हो गई है और इत्थे आके 2 डॉटर सैल्स बन गए। आ देखो 2 की बन गए, डॉटर सैल्स बन गए। ठीक है, हुण ये जिहड़े डॉटर सैल्स आ, ठीक है, हुण उस तो बाद नैक्सट आपां पढ़ांगे इहदे विच
मेयोसिस, मेयोसिस 1 एंड 2 मेयोसिस। ठीक है, ये नैक्सट साडा टॉपिक होगा। सो प्लीज़ अज तुसी इन्ना प्रिपेयर करो, ये इंपॉर्टेंट है तुहाडे वास्ते। तो कल नूं असीं जिहड़ा मेयोसिस 3rd करांगे। इत्थे तक साडा कंप्लीट हो गया ये चैप्टर। ठीक है, ये डायग्रामैटिकली चैप्टर है बेटा, इस करके मैं तुहानूं थोड़ा थोड़ा करवा रहा। ओके बेटा, थैंक यू, हैव ए नाइस डे। ठीक है।